सतनाम श्री वाहेगुरु साहिब जी। तनासरे महला पंजवा। औखे घड़े न देखण देई, अपना बिरद संभाले। हाथ दे राखै अपने को, सास सास प्रतिपाले। औखे घड़े न देखण देई, अपना बिरद संभाले। हाथ दे राखै अपने को, सास सास प्रतिपाले। प्रभ स्यों लाग रहयो मेरा चेत, आद अंत प्रभ सदा सहाय। तन हमारा मीत रहाओ, मन बिलास भै साहिब के। अचरज देख बढ़ाए, हर सिमर सिमर आनंद कर नानक। प्रभ पूरन पैज रखाए, मन बिलास भै साहिब के। अचरज देख बढ़ाए, हर सिमर सिमर आनंद कर नानक। प्रभ पूरन पैज रखाए। वाहिगुरु जी का खालसा, वाहिगुरु जी की फतेह। परम सत्कार ते सन्मान योग गुरु स्वरूप गुरु खालसा साध संगत जीओ, धनता दे पात्र हो। अमृत वेले दे सजे हुए पावन पवित्र सचखंड दीवाना अंदर इकत्र हो के हाजरियां भर के अपने जीवन दीयां घड़ियां सवास गुरु लेखे लाउंदियां सफला कर रहे। सतगुरां दी दया नाल किरपा नाल गुरु चरनां विच सानू सारिआं नूं जुड़ बैठण दा सुभाग समां प्राप्त होया है। इहदे लई सतगुरां दा रोम रोम करके शुक्र है। कोटान कोट शुक्र है दाता जी का कि साडे वर्गे तुच्छ बुद्धि वाले जीवां नूं, मलन जीवां नूं, पाप कर्मां नाल भरे हुए अंतस्करण वालियां नूं अपने चरनां विच जुड़ बैठण दा ये समा सानू प्रदान कीता। श्री आस्था जी दी वार दे शब्द कीर्तन रागी ਸਿੰਘਾਂ ਦੀ रचना तो बहुत ही अदब सत्कार ते शरधा सहित आप जी ने सरवण किए हैं। अमृत वेले श्री मुखवाक की दात सतगुरां ने बख्शिश की है। ये संसार दुखां का घर है। नानक दुखिया सब संसार। ये सारे संसार दे विच दुख ने, पर इसे संसार विच रहिंदियां
ਰੱਬ ਦੇ ਪਿਆਰੇ ਆਤਮਿਕ ਸੁੱਖ ਨੂੰ ਵੀ ਮਾਣਦੇ ਹਨ। ਪੁਰਾਤਨ ਸਮਿਆਂ ਵਿੱਚ ਜਾਂ ਅੱਜ ਦੇ ਵਰਤਮਾਨ ਸਮੇਂ ਵਿੱਚ ਵੀ ਬਹੁਤ ਸਾਰਿਆਂ ਪਿੰਡਾਂ ਵਿੱਚ, ਘਰਾਂ ਵਿੱਚ ਜਦੋਂ ਅੱਗ ਬਾਲੀ ਜਾਂਦੀ ਸੀ ਗੋਹੇ ਦੀ, ਪਾਥੀਆਂ ਦੀ ਜਾਂ ਲੱਕੜ ਦੀ, ਤੇ ਧੂੰਆਂ ਨਿਕਲਦਾ ਉਸ ਘਰ ਚੋਂ ਵੇਖ ਕੇ ਲਾਗਿਓਂ ਲੰਘਣ ਵਾਲੇ ਮਨੁੱਖ ਜਾਣ ਲੈਂਦੇ ਸੀ। ਧੂਏ ਤੋਂ ਅੰਦਾਜ਼ਾ ਲੱਗ ਜਾਂਦਾ ਸੀ ਵੀ ਇਸ ਘਰ 'ਚ ਅੱਗ ਬਲ ਰਹੀ। ਕੋਈ ਚੰਗਾ ਸ਼ਾਹੂਕਾਰ ਹੋਵੇ, ਉਸ ਘਰ ਦੇ ਵਿੱਚ ਕੋਲੇ ਆ ਜਾਂਦੇ, ਕੋਲਿਆਂ ਨਾਲ ਅੰਗੀਠੀਆਂ ਬਣਾ ਕੇ ਅੰਗੀਠੀਆਂ ਨੂੰ ਤਪਾ ਲੈਂਦੇ, ਪਰ ਥੋੜਾ ਬਹੁਤ ਧੂੰਆਂ ਉੱਥੋਂ ਵੀ ਨਿਕਲਦਾ ਹੈ। ਫਿਰ ਵੀ ਕੋਲ ਜਾਂਦਿਆਂ ਲੰਘਦੇ ਮਨੁੱਖ ਨੂੰ ਪਤਾ ਲੱਗ ਜਾਂਦਾ ਸੀ ਉਸ ਘਰ ਦੇ ਨੇੜਿਓਂ ਧੂੰਆਂ ਵੇਖ ਕੇ ਕਿ ਇੱਥੇ ਅੱਗ ਬਲ ਰਹੀ। ਵਿਗਿਆਨ ਨੇ ਤਰੱਕੀ ਕੀਤੀ, ਸਟੋਪ ਆ ਗਏ, ਮਿੱਟੀ ਦਾ ਤੇਲ ਬਾਲ ਕੇ ਅੱਗ ਬਾਲਣੀ ਸ਼ੁਰੂ ਕੀਤੀ। ਧੂੰਆਂ ਤਾਂ ਨਹੀਂ ਸੀ ਨਿਕਲਦਾ, ਪਰ ਉਹਦੀ ਆਵਾਜ਼ ਜ਼ਰੂਰ ਸੁਣਾਈ ਦਿੰਦੀ ਸੀ। ਆਵਾਜ਼ ਸੁਣ ਕੇ ਫਿਰ ਵੀ ਲਾਗਿਓਂ ਲੰਘਣ ਵਾਲਿਆਂ ਨੂੰ ਪਤਾ ਲੱਗ ਜਾਂਦਾ ਸੀ ਵੀ ਅੱਗ ਬਲ ਰਹੀ। ਸਮਾਂ ਫਿਰ ਬੀਤਿਆ, ਵਿਗਿਆਨ ਨੇ ਹੋਰ ਤਰੱਕੀ ਕੀਤੀ, ਗੈਸ ਚੁੱਲ੍ਹੇ ਆ ਗਏ। ਹੁਣ ਗੈਸ ਚੁੱਲ੍ਹੇ ਨਾ ਆਵਾਜ਼ ਕਰਦੇ ਨੇ, ਨਾ ਧੂੰਆਂ ਕਰਦੇ ਨੇ, ਪਰ ਅੱਗ ਤਾਂ ਫਿਰ ਵੀ ਬਲ ਰਹੀ। ਪਰ ਗਲੀ 'ਚੋਂ ਲੰਘਣ ਵਾਲੇ ਨੂੰ ਉਹਦਾ ਪਤਾ ਨਹੀਂ ਹੁੰਦਾ ਵੀ ਇਸ ਘਰ 'ਚ ਅੱਗ ਬਲ ਰਹੀ ਹੈ। ਇਨ ਬਿਨ ਇਸੇ ਤਰ੍ਹਾਂ ਕੁਝ ਦੁੱਖ ਐਸੇ ਹੁੰਦੇ ਨੇ ਜਿਹੜੇ ਘਰ ਤੋਂ ਬਾਹਰ ਜਾ ਕੇ ਸੰਸਾਰ ਵਿੱਚ ਜ਼ਾਹਰ ਹੋ ਜਾਂਦੇ ਨੇ, ਪ੍ਰਗਟ ਹੋ ਜਾਂਦੇ ਨੇ, ਪਤਾ ਲੱਗ ਜਾਂਦਾ ਵੀ ਇਸ ਘਰ 'ਚ ਦੁੱਖ ਹੈ। ਪਰ ਕੁਝ ਲੋਕ ਆਪਣੇ ਉਸ ਘਰ ਦੇ ਦੁੱਖ ਦੀ ਅੱਗ ਨੂੰ ਗੈਸ ਦੀ ਅੱਗ ਵਾਂਗੂ ਘਰ 'ਚ ਹੀ ਸਮੇਟ ਕੇ ਰੱਖਦੇ ਨੇ। ਬਾਹਰੋਂ ਲੋਕ ਵੇਖ ਕੇ ਅੰਦਾਜ਼ਾ ਲਾਉਂਦੇ ਆ ਵੀ ਬੜਾ ਵੱਡਾ ਮਹਿਲ ਹੈ, ਬੜੇ ਸੁਖੀ ਲੋਕ ਹੋਣਗੇ ਇੱਥੇ, ਇੱਥੇ ਤਾਂ ਕੋਈ ਦੁੱਖ ਦਾ ਲੇਸ਼ ਵੀ ਨਜ਼ਰ ਨਹੀਂ ਆਉਂਦਾ। ਪਰ ਕਿਸੇ ਨਾ ਕਿਸੇ ਦੁੱਖ ਕਰਕੇ ਉਹ ਵੀ ਅੰਦਰੋਂ ਪੀੜਤ ਹਨ। ਯਾਨੀ ਕਿ ਅੱਗ ਤਾਂ ਘਰ ਘਰ ਵਿੱਚ ਹੀ ਬਲ ਰਹੀ ਹੈ। ਤਦੇ ਭਗਤ ਜੀ ਨੇ ਇਹ ਕਹਿ ਦਿੱਤਾ ਹੈ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਸ ਦੁੱਖ ਦੀ ਦਰਵਿਰਤੀ ਹਰ ਇੱਕ ਮਨੁੱਖ ਚਾਹੁੰਦਾ। ਹਰ ਇੱਕ ਪ੍ਰਾਣੀ ਮਾਤਰ ਦੇ ਅੰਦਰ ਸਵਾਸਾਂ ਤੋਂ ਇਹ ਤੜਫ ਪੈਦਾ ਹੁੰਦੀ ਹੈ, ਵਾਹਿਗੁਰੂ ਸਾਡੇ ਦੁੱਖ ਦੂਰ ਕਰ, ਸਾਡੇ ਦੁੱਖਾਂ ਦੀ ਬੰਦ, ਸਾਨੂੰ ਉਹਦੇ ਤੋਂ ਦੁੱਖਾਂ ਤੋਂ ਬੰਦ ਖਲਾਸੀ ਕਰ। ਤੋ ਅਕਾਲ ਪੁਰਖ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ, ਹੁਣ ਦੁੱਖਾਂ ਭਰੇ ਸੰਸਾਰ ਵਿੱਚ ਵੀ ਰਹਿੰਦੇ ਨੇ, ਪਰ ਦੁੱਖਾਂ ਦੇ ਭਰੇ ਸੰਸਾਰ ਦੇ ਵਿੱਚ ਵਰਤਦਿਆਂ ਹੋਇਆਂ, ਵਿਚਰਦਿਆਂ ਹੋਇਆਂ ਵੀ ਉਹ ਦੁੱਖ ਨੂੰ ਦੁੱਖ ਨਾ ਕਰਕੇ ਮੰਨਦਿਆਂ ਹੋਇਆਂ, ਸੁੱਖ ਨਾਲ ਸਦੇ ਨਾ ਕਰਦਿਆਂ ਹੋਇਆਂ, ਹਰਖ ਤੇ ਸੋਗ ਤੋਂ, ਉਸਤਤ ਤੇ ਨਿੰਦਾ ਤੋਂ ਰਹਿਤ ਹੋ ਕੇ ਨਿਰਵਾਣ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ। ਆਤਮਿਕ ਸੁੱਖ ਨੂੰ, ਆਤਮਿਕ ਖੇੜੇ ਨੂੰ ਪ੍ਰਾਪਤ ਕਰ ਲੈਂਦੇ ਹਨ। ਤੇ ਜਿਨ੍ਹਾਂ ਨੂੰ ਇਹ ਆਤਮਿਕ ਖੇੜਾ ਪ੍ਰਾਪਤ ਹੋਇਆ, ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਪਹਿਲੀ ਪਾਵਨ ਪੰਕਤੀ ਵਿੱਚ ਮਹਾਰਾਜ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ।
एकाग्रता बनाओ ते आखो जी सतनाम श्री वाहेगुरु साहिब जी। सतनाम श्री वाहेगुरु साहिब जी। वाहेगुरु साहिब जी। तनासरे महला पंजवा। औखे घड़े न देखण दे अपना बिरद संभाले। राग तनासरी है। पंचम पातशाह धन श्री गुरु अर्जन देव साहब फरमाउंदे हन कि हे वाहिगुरु अकाल पुरख जी, तुसी अपना बिरद संभाल दे। तुहाडा ये बिरद हर एक प्राणी मात्र का कोई ना कोई सुभाव हुंदा है। उस सुभाव के मूजब वो संसार विच विचरदा। किसी का स्वभाव हुंदा भी फिरदे रहना, घर विच उन्हां दा मन नहीं लगदा। किते ना किते चाहे कोई काम होवे ना होवे इदां ही फिरी जाना। चलो उत्थे चले जाइए, वो वेख लीए, आ वेख लीए। कईयां दा सुभाव हुंदा कि बाहर जाके फिर फरा के लैना, अपने घर आसन ते सुख लो। किसी का सुभाव हुंदा भी बहुत बोलना, बोली जाना। कईयां दा सुभाव हुंदा बिल्कुल चुप रहना, बहुत घट बोलना, बहुत जरूरी बोल होवे ते बोलना। अपने सुभाव तो हर एक मनुख, हर एक प्राणी मजबूर हुंदा और उहदे मुताबिक चलना पईदा। सुभाव संस्कारां तो बनदा ते संस्कार कर्मां तो बनदे ने। कर्म करो तो संस्कार बनते हैं, संस्कारां तो अगे सुभाव बनते। जदों कर्मां दा संस्कार ते संस्कारां दा सुभाव बन जाता है, फिर सुभाव तब्दील नहीं होता, वो बदलता नहीं। किसी मराशी की भैन किसी चंगे खानदान विच चंगे परिवार च ब्याही गई, उहदा सुभाव सी, काम भी ये सी नचना टपना। जदों किते ढोल वजना, कोई साज वजना तो उन्हें नचन लग पैना, उहदे पैर बदो बदी थिरकन लग पैने। भैन नूं मिलन गया, भैन ने आख्या वीरा गल इदां कि तेरा एक सुभाव है, वो इत्थे थोड़ा जिहा काबू रखी। कहन लगा भैणा मैनू नहीं पता, बिल्कुल ख्याल रखा। सुभावक गली दे विचों कोई ढोल वजा के लंघन लगा तो नचन लग पिया। भैन ने आख्या वीरा तू मेरे नाल गल कीती सी? कहन लगा भैणे मैं गल कीती सी भी जे ढोल ना वजा तो नहीं नचांगा, पर हुण वज पिया तो हुण किवें रोकां अपने आप नूं, मेरा सुभाव है। ये उदाहरण है। ऐसा सच वरत्या कि नहीं वरत्या, ये घटना सच्ची है कि नहीं है, पर उदाहरण सुभाव जिहो जिहा बन जाता है, उस सुभाव के अनुसार मनुख प्रवृत्त हो जाता, उस सुभाव के मुताबिक मनुख बहन लगते हैं। बड़े बड़े आत्म ज्ञानी गुरसिख ने पटना साहब के इलाके गुरु घर दे विच कपड़ियां दा प्रबंध करके उत्थों भेजते हैं ढाके दे इलाके तो। ढाके तो कपड़ा खरीद के भेजण वाले गुरसिख ने, उदासी महापुरुष ने, है भी आत्म ज्ञानी, पर सुभाव सी गालां कढ़नियां, जुबान ते चढ़ियां हुई सी। धन गुरु तेग बहादुर साहब जदों उस इलाके च गए तो भाई बुलाकी दास वर्गे कुछ सिखां ने बेनती की, महाराज इहदा सुभाव बड़ा कब्बा है, भी असीं इहदा सत्कार करते हैं, भी गुरु घर का सेवादार है, भी
ਕਬੋਲ ਬੋਲਦਾ, ਜ਼ੁਬਾਨ ਤੋਂ ਗਾਲਾਂ ਕੱਢਦਾ। ਮਹਾਰਾਜ ਜੀ ਨੇ ਸੱਦਿਆ ਤੇ ਪੁੱਛਿਆ, ਹਾਂ ਬਈ ਸੰਤ ਜੀ ਸ਼ਿਕਾਇਤ ਕਰਦੇ ਨੇ। ਉੱਥੇ ਹੀ ਕੋਲ ਕਹਿਣ ਲੱਗਾ, ਇਹ ਮੱਤ ਦੇ ਹੋੜੇ ਲੋਕਾਂ ਨੂੰ ਕੀ ਪਤਾ ਮਹਾਰਾਜ। ਨਾਲ ਮੂੰਹ ਤੋਂ ਕਹਿ ਵੀ ਦਿੱਤਾ ਵੀ ਮਹਾਰਾਜ ਮੈਂ ਤਾਂ ਨਹੀਂ ਕਦੇ ਇਹਨਾਂ ਨੂੰ ਕੋਈ ਮਾੜਾ ਸ਼ਬਦ ਕਿਹਾ। ਮਹਾਰਾਜ ਜੀ ਕਹਿੰਦੇ ਇਹਦਾ ਸੁਭਾਅ ਬਣ ਗਿਆ, ਜ਼ੁਬਾਨ ਤੇ ਬੋਲ ਸੁਭਾਵਕ ਇਹਦੇ ਬਣ ਗਏ ਨੇ, ਪਰ ਅੰਦਰੋਂ ਇਹਦੀ ਇਹੋ ਜਿਹੀ ਪ੍ਰਵਿਰਤੀ ਨਹੀਂ ਹੈ। ਯਾਨੀ ਕਿ ਸੁਭਾਅ ਤਬਦੀਲ ਨਹੀਂ ਹੁੰਦਾ। ਫਿਰ ਸਭ ਦਾ ਸੁਭਾਅ ਹੈ, ਸਭ ਦਾ ਕੋਈ ਨਾ ਕੋਈ ਆਪਣੀ ਬਾਣ ਹੈ, ਆਦਤ ਹੈ। ਉਸ ਆਦਤ ਤੋਂ ਮਨੁੱਖ ਮਜਬੂਰ ਹੁੰਦਾ। ਕੁਝ ਆਦਤਾਂ ਹੱਥ ਕਰਕੇ ਮਨੁੱਖ ਕੋਲੋਂ ਛੁੱਟ ਵੀ ਜਾਂਦੀਆਂ ਨੇ ਜੇ ਯਤਨ ਕਰੇ। ਐਸਾ ਨਹੀਂ ਕਿ ਕੋਈ ਆਦਤ ਛੁੱਟ ਨਹੀਂ ਸਕਦੀ, ਯਤਨ ਕਰੇ, ਅਭਿਆਸ ਕਰੇ ਤਾਂ ਉਹ ਆਦਤਾਂ ਛੁੱਟ ਵੀ ਜਾਂਦੀਆਂ ਨੇ। ਬੜੀਆਂ ਬੜੀਆਂ ਭੈੜੀਆਂ ਆਦਤਾਂ ਬਹੁਤ ਲੋਕਾਂ ਨੂੰ ਛੁੱਟੀਆਂ ਨੇ ਜਿਨ੍ਹਾਂ ਨੇ ਯਤਨ ਕੀਤਾ। ਜਿਨ੍ਹਾਂ ਨੇ ਆਪਣਾ ਮਨੋਬਲ ਗੁਰਬਾਣੀ ਦੇ ਆਸਰੇ ਨਾਲ ਪੱਕਾ ਕਰ ਲਿਆ, ਉਹਨਾਂ ਨੇ ਬੜੇ ਬੜੇ ਵੱਡੇ ਨਸ਼ਿਆਂ ਦੀ ਆਦਤ ਵੀ ਛੱਡ ਦਿੱਤੀ, ਤਿਆਗ ਦਿੱਤੀ। ਬੜੀਆਂ ਬੜੀਆਂ ਭੈੜੀਆਂ ਵਾਦੀਆਂ ਵੀ ਉਹਨਾਂ ਨੇ ਤਿਆਗ ਦਿੱਤੀਆਂ। ਜੇ ਸੁਭਾਵ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਕਹਿ ਸਕਦੇ, ਵੈਸੇ ਤਾਂ ਪਰਮਾਤਮਾ ਨਿਰਵਾਣ ਹੈ, ਉਹਦੀ ਕੋਈ ਬਾਣ ਨਹੀਂ, ਉਹਦੀ ਕੋਈ ਆਦਤ ਨਹੀਂ, ਪਰ ਉਹਦਾ ਇੱਕ ਸੁਭਾਵ ਹੈ, ਉਹਦਾ ਇੱਕ ਬਿਰਧ ਹੈ ਕਿ ਉਹ ਆਪਣਿਆਂ ਪਿਆਰਿਆਂ ਨੂੰ, ਆਪਣਿਆਂ ਸੇਵਕਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਇਹ ਉਹਦਾ ਸੁਭਾਵ ਹੈ, ਇਹ ਉਹਦਾ ਬਿਰਧ ਹੈ। ਉਹ ਆਪਣੇ ਬਿਰਧ ਨੂੰ ਸੰਭਾਲਦਾ ਹੈ, ਆਪਣਿਆਂ ਪਿਆਰਿਆਂ ਨੂੰ, ਆਪਣਿਆਂ ਸੇਵਕਾਂ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ। ਔਖੀ ਘੜੀ ਦਾ ਮਤਲਬ ਕਿ ਉਹਨਾਂ ਨੂੰ ਆਪਣੇ ਕਰੈਕਟਰ ਤੋਂ, ਆਪਣੇ ਕਿਰਦਾਰ ਤੋਂ, ਆਪਣੇ ਆਚਰਣ ਤੋਂ ਨਹੀਂ ਡਿੱਗਣ ਦਿੰਦਾ। ਹਾਂਜੀ। ਹਾਥ ਦੇ ਰੱਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਮਹਾਰਾਜ ਜੀ ਜਿਨ੍ਹਾਂ ਨੂੰ ਤੁਸੀਂ ਆਪਣਾ ਕਰਕੇ ਆਪਣਾ ਹੱਥ ਦੇ ਕੇ ਰੱਖ ਲੈਂਦੇ ਤੇ ਉਹਨਾਂ ਨੂੰ ਸਵਾਸ ਸਵਾਸ ਪਾਲਦੇ। ਜਿਨ੍ਹਾਂ ਨੂੰ ਆਪਣਾ ਕਰਕੇ ਤੁਸੀਂ ਰੱਖਿਆ ਹੋਇਆ, ਆਪਣੇ ਪਿਆਰਿਆਂ ਨੂੰ, ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ, ਮਹਾਰਾਜ ਉਹਨਾਂ ਨੂੰ ਤੁਸੀਂ ਸਵਾਸ ਸਵਾਸ ਪਾਲਦੇ ਹੋ। ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ। ਮੇਰੇ ਪ੍ਰਭੂ ਨਾਲ ਮੇਰਾ ਚਿੱਤ ਲੱਗਾ ਹੋਇਆ, ਮੇਰੇ ਪ੍ਰਭੂ ਨਾਲ ਮੇਰਾ ਚਿੱਤ ਲੱਗਾ ਹੋਇਆ। ਜੋ ਸਾਰੇ ਜਗਤ ਦਾ ਮਾਲਕ ਹੈ, ਸਾਰੇ ਜਗਤ ਦਾ ਸੁਆਮੀ ਹੈ, ਉਸ ਨਾਲ ਮੇਰਾ ਮਨ, ਮੇਰਾ ਚਿੱਤ ਜੁੜਿਆ ਹੋਇਆ। ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਮੁੱਢ ਤੋਂ ਲੈ ਕੇ ਅੰਤ ਤਾਈਂ ਉਹ ਸਾਡੀ ਸਦਾ ਹੀ ਸਹਾਇਤਾ ਕਰਨ ਵਾਲਾ ਹੈ। ਮੁੱਢ ਤੋਂ ਲੈ ਕੇ ਅੰਤ ਤਾਈਂ ਉਹ ਸਾਡੀ ਸਹਾਇਤਾ ਕਰਨ ਵਾਲਾ ਹੈ। ਐਸਾ ਮਿੱਤਰ ਸਾਡਾ ਧਨ ਹੈ, ਧਨ ਹੈ ਐਸਾ ਮਿੱਤਰ, ਧਨ ਹੈ। ਰਹਾਉ ਮਨ ਬਿਲਾਸ ਭੈ ਸਾਹਿਬ ਕੇ, ਅਚਰਜ ਦੇਖ ਬੜਾਏ। ਮੇਰੇ ਸਾਹਿਬ ਦੀ ਵਡਿਆਈ ਬੜੀ ਅਚਰਜ, ਅਚਰਜ। ਜਦੋਂ ਅਚਰਜ ਸ਼ਬਦ ਵਰਤਿਆ ਜਾਂਦਾ ਉਹਦਾ ਮਤਲਬ ਹੈ ਬਿਸਮਾਤ। ਜਿੱਥੇ ਜਾ ਕੇ ਸੁਰਤ ਬਿਸਮ ਵਿੱਚ, ਬਿਸਮਾਦ ਵਿੱਚ ਚਲੀ ਜਾਂਦੀ। ਬਿਸਮ ਵੇਖਿਆ, ਬਿਸਮ ਸੁਣੀਆ, ਬਿਸਮਾਦ ਨਜ਼ਰੀ ਆਇਆ। ਇਹੋ ਜਿਹੀ ਅਵਸਥਾ ਅਚਰਜ। ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਕੁਝ ਐਸਾ ਹੈ ਜੋ ਅਚਰਜ ਘਟਦਾ, ਪਰ ਉਸ ਅਚਰਜ ਨੂੰ ਜਦੋਂ ਅਸੀਂ ਵੇਖਦੇ ਹਾਂ ਤੇ ਜਦੋਂ ਅਚਰਜ ਭਰੀ ਦ੍ਰਿਸ਼ਟੀ ਨਾਲ ਨਾ ਵੇਖੀਏ ਤਾਂ ਉਹਦੀ ਖੇਡ ਸਮਝ ਨਹੀਂ ਆਉਂਦੀ।
ਮਹਾਤਮਾ ਬੁੱਧ ਇੱਕ ਬਿਮਾਰ ਨੂੰ ਵੇਖਦੇ ਨੇ ਤੇ ਹੈਰਾਨ ਹੋ ਜਾਂਦੇ ਨੇ। ਉਹ ਇੱਕ ਮੁਰਦਾ ਵੇਖਦੇ ਨੇ, ਇੱਕ ਬੁੱਢੇ ਨੂੰ ਵੇਖਦੇ ਆ ਤੇ ਅਚਰਜ ਹੋ ਜਾਂਦੇ ਆ। ਐਸਾ ਵੀ ਹੁੰਦਾ। ਅਸੀਂ ਆਪਣੀਆਂ ਅੱਖਾਂ ਨਾਲ ਅਨੇਕਾਂ ਬਿਮਾਰ ਵੀ ਵੇਖੇ ਹੋਣਗੇ, ਅਨੇਕਾਂ ਬਜ਼ੁਰਗ ਵੀ ਵੇਖੇ ਨੇ ਤੇ ਅਨੇਕਾਂ ਨੂੰ ਮਰਿਆ ਹੋਇਆ ਵੀ ਵੇਖਿਆ, ਪਰ ਕਦੇ ਅਚਰਜ ਨਹੀਂ ਹੋਏ, ਕਦੇ ਵਿਸਮਾਦ ਵਿੱਚ ਵੀ ਐਸਾ ਵੀ ਹੋ ਸਕਦਾ। ਬੁੱਧ ਅਚਰਜ ਹੋ ਗਏ, ਉਹ ਵਿਸਮਾਦ ਤੇ ਕਦੇ ਮਨ ਵਿਰਾਗੀ ਹੋ ਗਿਆ। ਜਗਤ ਗੁਰੂ ਬਾਬਾ ਜੀ ਜਦੋਂ ਇਸ ਸੰਸਾਰ ਨੂੰ ਵੇਖਦੇ ਆ ਤੇ ਕਹਿੰਦੇ ਸਭ ਵਿਸਮਾਦ ਹੈ। ਆਸਾ ਜੀ ਦੀ ਵਾਰ ਦਾ ਪਵਿੱਤਰ ਸ਼ਲੋਕ ਗੁਰੂ ਘਰਾਂ ਵਿੱਚ ਨਿਤ ਗੂੰਜਦਾ, ਵਿਸਮਾਦ ਨਾਦ ਵਿਸਮਾਦ ਵੇ, ਸਭ ਕੁਝ ਵਿਸਮਾਦ ਹੈ। ਅਚਰਜ। ਕਦੇ ਸੋਚੋ ਕਿ ਜਿਸ ਧਰਤੀ ਦੇ ਵਿੱਚੋਂ ਫੁੱਲ ਪੈਦਾ ਹੋਇਆ ਹੈ, ਉਸ ਫੁੱਲ ਦੇ ਵਿੱਚ ਉਹ ਸੁਗੰਧੀ ਕਿੱਥੋਂ ਆ ਗਈ? ਹਾਲਾਂਕਿ ਧਰਤੀ ਵਿੱਚ ਤਾਂ ਕੋਈ ਸੁਗੰਧੀ ਨਹੀਂ। ਉਸੇ ਧਰਤੀ ਤੇ ਇੱਕ ਬੀਜ ਬੀਜਿਆ ਗਿਆ ਗੰਨੇ ਦਾ, ਉਹ ਮਿੱਠਾ, ਨਾਲ ਹੀ ਨਿੰਮ ਬੀਜੀ ਗਈ ਹੈ, ਕੁੜੱਤਣ ਭਰੀ। ਖੁਰਾਕ ਧਰਤੀ ਚੋਂ ਦੋਨਾਂ ਨੂੰ ਇੱਕੋ ਜਿਹੀ ਮਿਲ ਰਹੀ ਹੈ। ਧਰਤੀ ਵੀ ਇੱਕੋ ਹੈ, ਜੋ ਵਾਤਾਵਰਣ ਹੈ ਆਲੇ ਦੁਆਲੇ ਦਾ, ਦੋਨਾਂ ਨੂੰ ਇੱਕੋ ਜਿਹਾ ਪ੍ਰਾਪਤ ਹੋ ਰਿਹਾ ਹੈ। ਅਚਰਜ, ਹੈਰਾਨ ਕਿ ਕਿਵੇਂ ਵਿਧਾਤਾ ਜਿਹੜੇ ਜੀਵ ਇਹ ਦਰਖਤ ਤੇ ਪੌਦੇ ਜੋ ਚੱਲ ਫੇਰ ਹੀ ਨਹੀਂ ਸਕਦੇ, ਇੱਕ ਜਗ੍ਹਾ ਤੇ ਖੜੇ ਨੇ, ਰੱਬ ਉਹਨਾਂ ਨੂੰ ਉੱਥੇ ਖਲੋਤਿਆਂ ਨੂੰ ਪਾਲ ਰਿਹਾ ਹੈ। ਅਚਰਜ, ਵਿਸਮਾਦ। ਖੜਿਆਂ ਨੂੰ ਪਾਲ ਰਿਹਾ, ਖਲੋਤਿਆਂ ਨੂੰ ਪਾਲ ਰਿਹਾ। ਪੱਥਰ ਜਿਸ ਵਿੱਚ ਕਿਤੇ ਬਾਹਰ ਆਉਣ ਜਾਣ ਦਾ ਕੋਈ ਰਾਹ ਨਹੀਂ ਹੈ, ਉਹਨਾਂ ਪੱਥਰਾਂ ਵਿੱਚ ਪੈਦਾ ਕੀਤੇ ਹੋਏ ਕੀੜਿਆਂ ਨੂੰ ਉੱਥੇ ਬੈਠਿਆਂ ਨੂੰ ਪਾਲ ਰਿਹਾ। ਹੈਰਾਨੀ ਹੈ, ਵਿਸਮਾਦ ਹੈ, ਅਚਰਜ, ਵਿਸਮਾਦ। ਮੇਰਾ ਸੁਆਮੀ ਅਚਰਜ ਹੈ, ਉਸ ਦੀ ਵਡਿਆਈ ਅਚਰਜ ਹੈ, ਉਸ ਦੀ ਸੋਭਾ ਅਚਰਜ ਤੇ ਵਿਸਮਾਦ। ਕੋਈ 42 ਸਾਲ ਦੀ ਉਮਰ ਤੱਕ ਇੰਨਾ ਕੁਝ ਕਰ ਸਕਦਾ? 14 ਜੰਗਾਂ ਵੀ ਲੜ ਜਾਏ, ਮਹਾਨ ਗ੍ਰੰਥਾਂ ਦੀ ਸਿਰਜਣਾ ਕਰ ਜਾਣ, ਮਹਾਨ ਖਾਲਸੇ ਪੰਥ ਦੀ ਇੱਕ ਸੰਪੂਰਨ ਮਨੁੱਖ ਦੀ ਰਚਨਾ ਕਰ ਜਾਣ, ਕੈਸਾ ਵਿਸਮਾਦ ਹੈ। ਗੁਰੂ ਕਲਗੀਧਰ ਜੀ ਦੀ ਵਡਿਆਈ ਨੂੰ ਵੇਖ ਕੇ ਅਚਰਜ ਹੈ, ਵਿਸਮਾਦ ਹੈ। ਫਿਰ ਅਸੀਂ ਕਿਵੇਂ ਕਹੀਏ ਕੋਈ ਉਹ ਸਧਾਰਨ ਮਨੁੱਖ ਸੀ, ਆਮ ਇਨਸਾਨ ਸਨ? ਆਪਣੇ ਸਾਹਿਬ ਦੀ ਅਚਰਜ ਵਡਿਆਈ ਨੂੰ ਵੇਖ ਕੇ ਮੇਰਾ ਮਨ ਬਿਲਾਸ, ਆਨੰਦ ਵਿੱਚ ਚਲਾ ਗਿਆ। ਬਿਲਾਸ ਦਾ ਇੱਥੇ ਅਰਥ ਹੈ ਆਨੰਦ। ਕਈ ਜਗ੍ਹਾਵਾਂ ਤੇ ਗੁਰਬਾਣੀ ਵਿੱਚ ਬਿਲਾਸ ਦੇ ਸੱਸੇ ਨੂੰ ਔਂਕੜ ਲੱਗੀ ਹੋਈ ਹੈ। ਉੱਥੇ ਬਿਲਾਸ ਦਾ ਅਰਥ ਹੈ ਬਿੱਲਾ, ਨਰ ਬਿੱਲਾ। ਚੂਹਾ ਖਾਣ ਦੀ ਪ੍ਰਵਿਰਤੀ ਰੱਖ ਕੇ ਜਿਵੇਂ ਖੁੱਡ ਤੇ ਬੈਠਾ ਰਹਿੰਦਾ ਹੈ, ਉਹਨੂੰ ਵੀ ਗੁਰਬਾਣੀ 'ਚ ਬਿਲਾਸ ਲਿਖਿਆ। ਇੱਥੇ ਜੋ ਬਿਲਾਸ ਦਾ ਸੱਸਾ ਮੁਕਤਾ ਹੈ, ਸੰਕੇਤ ਹੈ। ਬਿਲਾਸ ਦਾ ਮਤਲਬ ਹੈ ਖੇੜਾ, ਆਨੰਦ। ਮੇਰੇ ਸਾਹਿਬ ਦੀ ਅਚਰਜ ਵਡਿਆਈ ਨੂੰ ਵੇਖ ਕੇ ਮੇਰਾ ਮਨ ਆਨੰਦ 'ਚ ਚਲਾ ਗਿਆ। ਜਦੋਂ ਸਿੱਖ ਆਪਣੇ ਮਾਲਕ ਦੇ ਦਰਬਾਰ ਵਿੱਚ ਆਉਂਦਾ ਨਾ, ਜਦੋਂ ਸਤਿਗੁਰਾਂ ਦੀ ਸੋਭਾ ਵੇਖਦਾ, ਮਹਾਰਾਜ ਜੀ ਦੀ ਵਡਿਆਈ ਵੇਖਦਾ, ਤੇ ਸਿੱਖ ਦਾ ਹਿਰਦਾ ਆਨੰਦ ਨਾਲ ਗਦ-ਗਦ ਹੋ ਜਾਂਦਾ। ਸਿੱਖ
ਜਦੋਂ ਆਪਣੇ ਗੁਰੂ ਦੇ ਅਤ ਉੱਚੇ ਦਰਬਾਰ ਨੂੰ ਵੇਖਦਾ, ਦਰਬਾਰ ਦੀ ਸੋਭਾ ਵੇਖਦਾ, ਤਾਂ ਸਿੱਖ ਦਾ ਹਿਰਦਾ ਆਨੰਦ ਨਾਲ ਭਰ ਜਾਂਦਾ। ਮੇਰੇ ਸਿਰ ਤੇ ਚਾਨਣੀ ਲੱਗੇ ਭਾਵੇਂ 80 ਲੱਖ ਰੁਪਏ ਦੀ ਲਾਗਤ ਦੀ ਹੈ, ਮੇਰੇ ਮਨ 'ਚ ਖੁਸ਼ੀ ਨਹੀਂ। ਪਰ ਇਹੀ ਚਾਨਣੀ ਜੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਲੱਗੇ ਤਾਂ ਮੇਰੇ ਮਨ 'ਚ ਬਿਲਾਸ ਹੋਵੇਗਾ, ਆਨੰਦ ਹੋਵੇਗਾ, ਖੇੜਾ ਹੋਵੇਗਾ। ਇਹ ਸਿੱਖ ਦੀ ਬਿਰਤੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਹੈਦਰਾਬਾਦ ਦੇ ਨਿਜ਼ਾਮ ਨੇ ਕਿਹੋ ਜਿਹੀ ਕੀਮਤੀ ਚਾਨਣੀ ਭੇਜੀ, 84 ਦੇ ਸਮੇਂ ਸੜ ਗਈ। ਸਮੇਂ ਦੀ ਸਰਕਾਰ ਵੱਲੋਂ ਕੀਤੇ ਹੋਏ ਹਮਲੇ ਦੌਰਾਨ, ਜੋ ਸਿੱਖ ਕਦੇ ਨਹੀਂ ਭੁਲਾ ਸਕਦੇ। ਉਹਦੀ ਲਾਗਤ ਸੀ ਉਸ ਵੇਲੇ 80 ਲੱਖ ਰੁਪਈਆ। ਬੜੇ ਬੜੇ ਕੀਮਤੀ ਹੀਰੇ, ਸ਼ਬਦ ਪੰਨੇ ਉਹਦੇ 'ਚ ਜੜੇ ਹੋਏ। ਆਖਿਆ ਤਾਂ ਗੁਰੂ ਰਾਮਦਾਸ ਦੇ ਦਰਬਾਰ 'ਚ ਲੱਗੇ ਤਾਂ ਮਨ 'ਚ ਖੁਸ਼ੀ, ਮਨ 'ਚ ਖੇੜਾ। ਸਿੱਖ ਦਾ ਹਿਰਦਾ ਬਿਲਾਸ ਵਿੱਚ, ਆਨੰਦ ਵਿੱਚ ਚਲਿਆ ਜਾਂਦਾ ਹੈ। ਆਨੰਦ ਨਾਲ ਗਦਗਦ ਹੋ ਉੱਠਦਾ ਜਦੋਂ ਆਪਣੇ ਸਾਹਿਬ ਦੀ ਵਡਿਆਈ ਵੇਖਦਾ ਤੇ ਉਹ ਵੀ ਅਚਰਜ। ਹਾਂਜੀ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਏ। ਪਾਤਸ਼ਾਹ ਕਹਿੰਦੇ ਸਿਮਰੋ, ਉਸ ਹਰੀ ਨੂੰ ਸਿਮਰੋ। ਸਿਮਰ ਸਿਮਰ ਕੇ ਆਨੰਦਿਤ ਹੋਵੋ, ਆਨੰਦ ਵਿੱਚ ਜਾਓ। ਉਸ ਸੁਆਮੀ ਨੂੰ ਸਿਮਰੋ ਜਿਸ ਨੇ ਸਾਡੀ ਪੂਰਨ ਪੈਜ ਰੱਖੀ ਹੈ। ਪੂਰਨ, ਅੱਧ ਅਧੂਰੀ ਨਹੀਂ। ਜਿਸ ਨੇ ਸਾਡੀ ਪੂਰਨ ਪੈਜ ਰਖਾਈ ਹੈ, ਉਸ ਸੁਆਮੀ ਨੂੰ ਬਾਰੰਬਾਰ ਸਿਮਰੋ।